तंदुरुस्त होंगे। कुछ गल्लां अज मैनूं पता लगियां, इसे करके रूबरू हो रहे हैं। एक तो मेरे अरेस्ट वारंट जारी हो गए ते लुकआउट नोटिस भी जारी हो गया। फर्स्ट आई वॉन्ट टू give this message that I will join investigation. I need some time to bring out the truth because whatever has been spread, it's a false information and it's misleading the public at large. So therefore, I need a couple of days to bring out the truth and then I will join investigation. I am requesting the investigation agency, since I have not done anything wrong, so why should I run away and why should I be scared? I'm not scared. I have done nothing wrong and that will come out. इदू बाद आपां पंजाबी च गल करदे हां। मेरे अरेस्ट वारंट जिहड़े जारी होए आ ਉਹਦੇ ਲਈ ਮੈਨੂੰ ਇਨਵੈਸਟੀਗੇਸ਼ਨ ਜੁਆਇਨ ਕਰਨੀ ਪੈਣੀ ਆ। ਮੇਰਾ ਲੁੱਕਆਊਟ ਨੋਟਿਸ ਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ, ਤਾਂ ਮੈਂ ਇਨਵੈਸਟੀਗੇਸ਼ਨ ਜੁਆਇਨ ਕਰੂੰਗਾ। ਉਹਦੇ 'ਚ ਕੋਈ ਪ੍ਰੋਬਲਮ ਨਹੀਂ ਤੇ ਅਸੀਂ ਡਰੀਏ ਵੀ ਕਿਉਂ? ਜੇ ਅਸੀਂ ਕੁਝ ਗਲਤ ਹੀ ਨਹੀਂ ਕੀਤਾ ਤਾਂ ਅਸੀਂ ਡਰੀਏ ਵੀ ਕਿਉਂ? ਸੋ ਇਸ ਕਰਕੇ ਇਨਵੈਸਟੀਗੇਸ਼ਨ ਏਜੰਸੀਜ਼ ਨੂੰ, ਪੁਲਿਸ ਡਿਪਾਰਟਮੈਂਟ ਨੂੰ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਭਾਲਣ ਵਾਸਤੇ ਘਰੋਂ ਘਰੀ ਜਾਂ ਬੰਦਿਆਂ ਨੂੰ ਬੁਲਾਉਣਾ ਇਹ ਖੇਚਲ ਨਾ ਕਰੋ। ਮੈਂ ਆਪੇ ਹੀ ਤੁਹਾਡੇ ਕੋਲੇ 2 ਦਿਨਾਂ 'ਚ ਆ ਜਾਊਂਗਾ ਤੇ ਆਪਾਂ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਟਾਰਟ ਕਰਨੀ ਹੋਈ ਕਰ ਲਾਂਗੇ। ਪਰ ਜਿਸ ਤਰ੍ਹਾਂ ਦੀਆਂ ਅਫਵਾਹਾਂ, ਜਿਸ ਤਰ੍ਹਾਂ ਦੀਆਂ ਗੱਲਾਂ ਫੈਲਾਈਆਂ ਜਾ ਰਹੀਆਂ, ਉਹ ਸਭ ਕੁਛ ਕਿਸੇ ਤੱਥ ਦੇ ਆਧਾਰ ਤੇ ਨਹੀਂ ਹੈ ਤੇ ਸੱਚਾਈ ਨੂੰ ਸਾਹਮਣੇ ਤੱਥਾਂ ਦੇ ਆਧਾਰ ਤੇ ਰੱਖਣ ਲਈ ਮੈਨੂੰ 2 ਦਿਨ ਚਾਹੀਦੇ ਆ ਤੇ ਉਹ ਮੈਂ ਸਾਰੇ ਆਪਦਾ ਪ੍ਰੂਫ ਐਵੀਡੈਂਸ ਇਕੱਠਾ ਕਰ ਲੈਣਾ ਤੇ ਮੁੜ ਕੇ ਤੁਹਾਡੇ ਕੋਲੇ ਆਪਾਂ ਬਹਿ ਕੇ ਜੋ ਕਰਨਾ ਹੋਇਆ ਉਸ ਢੰਗ ਨਾਲ ਨਜਿੱਠ ਲਾਂਗੇ। ਸੋ ਜੋ ਕੁਛ ਹੁਣ ਤੁਸੀਂ FIR ਦਰਜ ਕੀਤੀ ਆ, ਕੁਛ ਜਿਹੜੇ ਚਾਰਜਸ ਲਾਏ ਆ ਮੇਰੇ ਤੇ, ਕੋਈ ਨਹੀਂ, ਉਹ ਨਜਿੱਠਾਂਗੇ, ਉਹ ਕੋਈ ਖਾਸ ਗੱਲ ਨਹੀਂ। ਅਗਲੀ ਗੱਲ ਮੈਂ ਇਹ ਕਹਿਣੀ ਸੀ ਵੀ ਉਸ ਦਿਨ ਨੂੰ ਲੈ ਕੇ 25 ਤਰੀਕ ਦੀ ਰਾਤ ਤੋਂ ਲੈ ਕੇ 26 ਤਰੀਕ ਤਾਈਂ ਬੜਾ ਕੁਛ ਕਿਹਾ ਜਾ ਰਿਹਾ, ਬੜੇ ਜਿਹੜੇ ਆਪਾਂ ਕਹੀਏ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ, ਉਹਨੂੰ ਥੋੜ੍ਹਾ ਜਿਹਾ ਆਪਾਂ ਸਾਰੀਆਂ ਘਟਨਾਵਾਂ ਨੂੰ ਇੱਕ ਤਰਤੀਬ ਜੀ ਦੇ ਦਈਏ। 25 ਤਰੀਕ ਨੂੰ ਰਾਤ ਤੋਂ ਤਰਤੀਬ ਦੇ ਦਈਏ। ਰਾਤ ਨੂੰ ਇੱਕ ਵਾਰੀ ਫੇਰ ਮੈਂ ਇਹ ਗੱਲ ਦੱਸਾਂ, 25 ਤਰੀਕ ਰਾਤ ਨੂੰ ਸਾਡੇ ਨੌਜਵਾਨਾਂ ਨੇ ਸਟੇਜ ਤੋਂ ਕਿਸਾਨ ਜਥੇਬੰਦੀਆਂ ਦੇ ਖਿਲਾਫ ਆਪਦੀ ਆਵਾਜ਼ ਬੁਲੰਦ ਕੀਤੀ ਵੀ ਤੁਸੀਂ ਜਿਹੜਾ ਰੂਟ ਸਾਨੂੰ ਇੰਨੇ ਦਿਨਾਂ ਤੋਂ ਐਡੀਆਂ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਹਿ ਰਹੇ ਸੀ, ਜਿਹੋ ਜਿਹੇ ਗਾਣੇ ਤੁਸੀਂ ਸਟੇਜ ਤੋਂ ਚਲਾਏ ਵੀ ਪੇਚਾ ਪੈ ਗਿਆ ਸੈਂਟਰ ਨਾਲ ਤੇ ਆ ਗਏ ਦਿੱਲੀਏ, ਜਿਹੋ ਜਿਹਾ ਇਤਿਹਾਸ ਪੜ੍ਹਿਆ ਬਘੇਲ ਸਿੰਘ ਦੇ ਵਾਰਸ, ਤੇ ਸਾਡੇ ਲੋਕਾਂ ਦੀ ਇੱਕ ਆਸ ਵੱਜ ਗਈ ਵੀ ਅਸੀਂ ਦਿੱਲੀ ਪਰੇਡ ਕਰਨੀ ਹੈ। ਸੋ ਇਸ ਕਰਕੇ ਨੌਜਵਾਨਾਂ ਨੇ ਉੱਥੇ ਉਹਨਾਂ ਦੇ ਵਿਰੁੱਧ ਇੱਕ ਆਵਾਜ਼ ਬੁਲੰਦ ਕੀਤੀ। ਉੱਥੇ ਗਰਮੋ ਗਰਮੀ ਹੋ ਗਈ, ਕਾਫੀ ਸਾਡੇ ਬੰਦਿਆਂ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਮੈਨੂੰ ਵੀ ਫੋਨ ਆਇਆ ਕਿਉਂਕਿ ਜਿਹੜੇ ਸਾਡਾ ਯੂਥ ਆ, ਨੌਜਵਾਨ ਆ, ਕਿਤੇ ਨਾ ਕਿਤੇ ਮੇਰੇ ਵੀ ਮਾੜਾ ਮੋਟਾ ਅੱਖੇ ਲੱਗਦੇ ਆ, ਤਾਂ ਇਸ ਕਰਕੇ ਮੈਂ ਵੀ ਸਟੇਜ ਵੱਲ ਨੂੰ ਗਿਆ। ਜਦੋਂ ਸਟੇਜ ਵੱਲ ਨੂੰ ਗਿਆ ਤਾਂ ਉੱਥੇ ਸਾਡੀਆਂ ਜਿਹੜੀਆਂ ਸਿੱਖ ਸ਼ਖਸੀਅਤਾਂ ਤੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਉਹ ਆਲਰੇਡੀ ਮੌਜੂਦ ਸੀ। ਉਹਨਾਂ ਨੇ ਮੈਨੂੰ ਵੀ ਸਟੇਜ ਤੇ ਚੜ੍ਹਾ ਲਿਆ ਤੇ ਅਸੀਂ ਸਾਂਝੇ ਤੌਰ ਤੇ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸਿਚੁਏਸ਼ਨ ਨੂੰ ਹੈਂਡਲ ਵੀ ਕੀਤਾ। ਉੱਥੇ ਇਹੀ ਗੱਲ ਕਹੀ ਗਈ ਵੀ ਸਾਂਝੇ ਫੈਸਲੇ ਲਓ ਤੇ ਸਾਡੇ ਜਿਹੜੇ ਲੋਕ ਆ ਉਹਨਾਂ ਦੀ ਸਮਝ ਦੇ ਆਧਾਰ ਤੇ ਫੈਸਲੇ ਲਓ, ਕਿਉਂਕਿ ਤੁਸੀਂ ਕੁਛ ਹੋਰ ਮਿੱਥੀ ਬੈਠੇ ਹੋ, ਲੋਕਾਂ ਦੀ ਸਮਝ ਕੁਛ ਹੋਰ ਆ। ਸੋ ਇਹ ਗੱਲ ਕਈ ਵਾਰੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਆ, ਉਹ ਜਿਹੀ ਸਿਚੁਏਸ਼ਨ ਪੈਦਾ ਕਰ ਦਿੰਦੀ ਆ। ਉਹ ਗੱਲ ਨਜਿੱਠੀ ਨਹੀਂ ਗਈ। ਅਗਲੇ ਦਿਨ ਸਾਡੇ ਸਾਹਮਣੇ ਆ ਗਈ ਸਾਰੀ ਗੱਲ ਵੀ ਲੋਕ ਆਪ ਮੁਹਾਰੇ। ਪਰ ਜਿਸ ਤਰ੍ਹਾਂ ਅੱਜ ਸਾਰੀ ਇਨਫੋਰਮੇਸ਼ਨ ਦੇਖ ਕੇ ਜਾਂ ਗੱਲਾਂ ਸੁਣ ਕੇ ਲੱਗਦਾ ਵੀ ਉਹ ਇੱਕ ਟਰੈਪ ਵੀ ਸੀ, ਦਿੱਲੀ ਪੁਲਿਸ ਦਾ ਹੋਵੇ, ਸਰਕਾਰ ਦਾ ਹੋਵੇ, ਉਹ ਇੱਕ ਟਰੈਪ ਵੀ ਲੱਗਦਾ ਸੀ। ਕਿਉਂਕਿ ਮੈਂ ਉਦੋਂ 25 ਤਰੀਕ ਰਾਤ ਨੂੰ 7 ਵਜੇ, ਸਵੇਰੇ 7 ਵਜੇ 26 ਹੋ ਗਈ ਸੀ, ਪਹੁੰਚਿਆ ਆਪਦੇ ਟਿਕਾਣੇ ਤੇ। ਮੈਂ ਸੋਚਿਆ 2 ਘੰਟੇ ਸੌਣਾ ਤੇ ਉੱਥੋਂ ਫਿਰ ਤਿਆਰ ਤਿਉਰ ਹੋ ਕੇ ਆਪਾਂ ਮਾਰਚ ਵੱਲ ਨੂੰ ਨਿਕਲ ਜਾਂਗੇ। ਹਾਲਾਂਕਿ ਮਾਰਚ 8 ਵਜੇ ਸਵੇਰੇ ਸ਼ੁਰੂ ਹੋ ਰਿਹਾ ਸੀ, ਪਰ ਮੈਂ ਪਹੁੰਚਿਆ ਹੀ 7 ਵਜੇ। ਸਾਰੀ ਰਾਤ ਧਰਨੇ 'ਚ ਉੱਥੇ ਤੇ ਮੁੜ ਕੇ ਕਾਰ ਵੀ ਫਸੀ ਰਹੀ। ਐਨੀਵੇ ਸਵੇਰੇ ਮੈਂ 9, 9:30 ਉੱਠਿਆ, ਨਹਾ ਨੂਹ ਕੇ 11:45 ਆਪਦੇ ਟਿਕਾਣੇ ਤੋਂ ਨਿਕਲਿਆ। ਉੱਥੋਂ ਕਾਰ ਤੇ ਨਿਕਲੇ, ਉਦੋਂ ਤੱਕ ਨਿਕਲਦੇ ਨਿਕਲਦੇ ਇਹ ਖਬਰ ਆ ਚੁੱਕੀ ਸੀ ਵੀ ਲੋਕ ਆਪ ਮੁਹਾਰੇ ਜਿਹੜੇ ਆ ਉਹ ਰਿੰਗ ਰੋਡ ਨੂੰ ਹੋ ਗਏ ਆ। ਉਹਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾਤੇ ਤੇ ਉਸ ਰੂਟ ਤੇ ਨਹੀਂ ਗਏ ਜਿਹੜਾ
ਦਿੱਲੀ ਪੁਲਿਸ ਨੇ ਮਿਥਿਆ ਸੀ ਜਾਂ ਕਿਸਾਨ ਜਥੇਬੰਦੀਆਂ ਨੇ ਇੱਕ ਸਾਂਝਾ ਪ੍ਰੋਗਰਾਮ ਦਿੱਤਾ ਸੀ। ਸੋ ਇਸ ਲਈ ਅਸੀਂ ਵੀ ਉਧਰ ਨੂੰ ਤੁਰ ਪਏ ਤੇ ਪਿੰਡਾਂ ਵਿੱਚ ਦੀ ਹੋ ਪਏ, ਕਿਉਂਕਿ ਮੇਨ ਰੋਡ ਸੀ ਜਿਹੜੀ ਉਹ ਤਾਂ ਬਲੌਕ ਸੀ। ਉੱਥੇ ਤਾਂ ਟਰੈਕਟਰ ਸਾਡੇ ਜਿਹੜੇ ਬੰਦੇ ਬੜੇ ਉੱਥੇ ਉਤਸ਼ਾਹ ਨਾਲ ਇਸ ਰੋਸ ਮਾਰਚ 'ਚ ਆਪਦੀ ਸ਼ਮੂਲੀਅਤ ਕਰ ਰਹੇ ਸੀ। ਉਹ ਆਪ ਹਰ ਪਿੰਡ ਤੋਂ ਜਿਹੜੇ ਸਾਡੇ ਬੰਦੇ ਆਏ ਸੀ। ਸੋ ਪਿੰਡਾਂ ਵਿੱਚ ਦੀ ਹੋ ਤੁਰੇ, ਪਿੰਡਾਂ ਵਿੱਚ ਦੀ ਨਿਕਲ ਕੇ ਅਸੀਂ ਜਮਾਂ ਉਸ ਥਾਂ ਤੇ ਗਏ ਜਿੱਥੇ ਬੈਰੀਕੇਡਿੰਗ ਪਹਿਲਾਂ ਟੁੱਟੀ ਸੀ, ਉਹ ਤਾਂ ਤੋੜ ਰੱਖੀ ਸੀ। ਉੱਥੋਂ ਤਾਂ ਲੋਕ ਅੱਗੇ ਨੂੰ ਹੋ ਗਏ। ਅੱਗੇ ਇੱਕ ਥਾਂ ਤੇ ਪੁਲਿਸ ਵਾਲੇ ਟ੍ਰੈਫਿਕ ਰੋਕੀ ਖੜੇ ਸੀ, ਕਾਫੀ ਟਰੈਕਟਰ ਕਾਰਾਂ, ਤੇ ਸਾਡੀ ਕਾਰ ਵੀ ਉਹਦੇ 'ਚ ਰੁਕੀ ਰਹੀ। ਪਰ ਐਨੀਵੇਜ਼ ਥੋੜੀ ਦੇਰ ਜਦੋਜਹਿਦ ਤੋਂ ਬਾਅਦ ਕੁਛ ਨਹੀਂ ਹੋਇਆ, ਕਿਉਂਕਿ ਉਹ ਬੈਰੀਕੇਡਿੰਗ ਪਹਿਲਾਂ ਹੀ ਟੁੱਟ ਚੁੱਕੀ ਸੀ ਤੇ ਬੜੀ ਕਮਜ਼ੋਰ ਜਿਹੀਆਂ ਬੈਰੀਕੇਡਿੰਗ ਸੀ, ਹਨਾ। ਕੁਛ ਨਹੀਂ ਹੋਇਆ। ਉਹਨਾਂ ਨੇ ਕੀਤਾ ਕਿ ਇੱਕ ਟਰੈਕਟਰ ਤੇ ਕਾਰ ਲੰਘਾਉਣੀ ਸ਼ੁਰੂ ਕਰਤੀ ਤੇ ਅਸੀਂ ਵੀ ਉੱਥੋਂ ਨਿਕਲ ਕੇ ਜਮਾਂ ਲਾਲ ਕਿਲੇ ਦੇ ਕੋਲੇ ਪਹੁੰਚ ਗਏ। ਉਦੋਂ ਰਾਹ 'ਚ ਕੁਛ ਨਹੀਂ ਮਿਲਿਆ, ਲੋਕ ਹੀ ਲੋਕ ਸੀ। ਲਾਲ ਕਿਲੇ ਦੇ ਕੋਲੇ ਜਦੋਂ ਪਹੁੰਚੇ, ਅੱਧੇ ਰਾਹ 'ਚ ਗੱਡੀ ਗਈ। ਜਾਂਦੇ ਜਾਂਦੇ ਗੱਡੀ 'ਚ ਹੀ ਇੱਕ ਜਿਹੜਾ ਬੰਦਾ ਆਪਣਾ ਕੋਈ ਸੰਘਰਸ਼ੀ ਨਿਸ਼ਾਨ ਸਾਹਿਬ ਲਈ ਜਾਂਦਾ ਸੀ, ਉਹਦੇ ਕੋਲੇ ਮੈਂ ਗੱਡੀ ਰੋਕੀ। ਮੈਂ ਉਹਨੂੰ ਕਿਹਾ, ਬਾਈ ਜੀ ਮੇਰੇ ਕੋਲੇ ਜਿਹੜਾ ਨਿਸ਼ਾਨ ਸਾਹਿਬ ਆ, ਪਰ ਤੁਹਾਡੇ ਕੋਲੇ ਇਹਦੇ ਨਾਲ ਜਿਹੜਾ ਪੂਰਾ ਝੰਡਾ, ਤੇ ਇਹ ਤੁਸੀਂ ਮੈਨੂੰ ਜਦੋਂ ਤੁਸੀਂ ਆਹ ਫੜ ਲਓ ਯਾਰ, ਇਹਨੂੰ ਇਹਦੇ 'ਚ ਮੁੜ ਕੇ ਡੰਡਾ ਪਾ ਲਿਓ। ਸੋ ਇਹ ਗੱਲ ਹੋਈ। ਉਹ ਬੰਦੇ ਨੇ ਸਾਡੇ ਜਿਹੜੇ, ਉਹਨੇ ਮੈਨੂੰ ਪਛਾਣਿਆ ਵੀ ਤੇ ਕਹਿੰਦਾ ਨਹੀਂ ਬਾਈ ਤੂੰ ਲੈ ਜਾ। ਸੋ ਕੋਈ ਪਲੈਨਿੰਗ ਨਹੀਂ ਸੀ, ਸਿਰਫ ਇਹ ਪਲੈਨਿੰਗ ਸੀ ਵੀ ਚਲੋ ਹੁਣ ਜੇ ਸੰਗਤ ਲਾਲ ਕਿਲੇ ਨੂੰ ਗਈ ਆ ਤਾਂ ਸੰਗਤ ਨੂੰ ਜਾਣਾ, ਜੁਆਇਨ ਕਰਨਾ। ਆਪਦੇ ਲੋਕਾਂ ਦਾ ਤਾਂ ਫਿਕਰ ਸਾਡੇ ਸਾਰਿਆਂ 'ਚ ਹੀ ਆ। ਅਸੀਂ ਇੱਕ ਦੂਜੇ ਤੇ ਤੌਹਮਤਾਂ ਲਾਈ ਜਾਂਦੇ ਆ। ਦੀਪ ਸਿੱਧੂ ਨੇ ਪਲਾਨ ਕਰਤਾ, ਦੀਪ ਸਿੱਧੂ ਨੇ ਪਤਾ ਨਹੀਂ ਕਿਹਦੇ ਨਾਲ ਇਹ ਗੱਲਾਂ ਪਲਾਨ ਕੀਤੀਆਂ, ਪਰ ਇਹੋ ਜਿਹੀ ਕੋਈ ਗੱਲ ਨਹੀਂ ਸੀ। ਐਨੀਵੇਜ਼ ਲਾਲ ਕਿਲੇ 'ਚ ਜਦੋਂ ਮੈਂ ਨਿਸ਼ਾਨ ਸਾਹਿਬ ਲੈ ਕੇ ਉਹ ਸੰਘਰਸ਼ੀ ਬੰਦੇ ਤੋਂ ਕਾਰ 'ਚੋਂ ਉਤਰਿਆ ਤੇ ਮੈਂ ਫਿਰ ਉਦੋਂ ਬਾਅਦ ਤੁਰ ਕੇ ਅੰਦਰ ਗੇਟ ਥਾਣੀ ਦੀ ਵੜਿਆ। ਜਦੋਂ ਗੇਟ ਥਾਣੀ ਦੀ ਵੜਿਆ ਤਾਂ ਉੱਥੇ ਹਜ਼ਾਰਾਂ ਲੋਕ ਸੀ, ਔਰ ਜਿਹੜਾ ਅੰਦਰ ਉੱਤੇ ਚੜ੍ਹਨ ਵਾਸਤੇ ਦਰਵਾਜ਼ਾ ਸੀ ਉਹ ਵੀ ਉਦੋਂ ਹੀ ਟੁੱਟਿਆ ਸੀ। ਲੋਕਾਂ ਨੇ ਮੈਨੂੰ ਦੇਖਿਆ, ਪਛਾਣਿਆ ਤੇ ਮੈਨੂੰ ਕਹਿੰਦੇ ਬਾਈ ਜੀ ਤੁਸੀਂ ਵੀ ਚੱਲੋ। ਅੱਛਾ, ਅਸੀਂ ਤੇਜ਼ੀ ਨਾਲ ਅੱਗੇ ਵੱਲ ਨੂੰ ਵਧੇ। ਜਦੋਂ ਅਸੀਂ ਉੱਤੇ ਗਏ ਉਦੋਂ ਇੱਕ ਖਾਲੀ ਜਿਹੜੀ ਝੰਡੇ ਵਾਲੀ ਪੋਸਟ ਸੀ, ਖਾਲੀ, ਉਹਦੇ ਤੇ ਤਿਰੰਗਾ ਨਹੀਂ ਸੀ। ਅਸੀਂ ਤਿਰੰਗਾ ਨਹੀਂ ਲਾਇਆ। ਉੱਥੇ ਸਾਡਾ ਜਿਹੜਾ ਬੰਦਾ ਸੀ ਉਹ ਆਲਰੇਡੀ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹਨੇ ਉੱਤੇ ਚੜ੍ਹ ਕੇ ਡੈਫੀਨੇਟਲੀ ਫਿਰ ਤਾਂ ਜਿਹੜਾ ਜਾਹੋ ਜਲਾਲ ਸੀ, ਮੇਰੇ ਲਾਈਫ 'ਚ ਵੀ ਦੇਖ ਸਕਦੇ ਹੋ, ਮੇਰੀਆਂ ਅੱਖਾਂ 'ਚ ਵੀ ਦੇਖ ਸਕਦੇ ਹੋ। ਅਸੀਂ ਤਾਂ ਦੇਖੋ ਕਿਹੜੀ ਕਿਤਾਬ 'ਚ ਲਿਖਿਆ ਵੀ ਖਾਲੀ ਪੋਸਟ ਤੇ ਅਸੀਂ ਨਿਸ਼ਾਨ ਸਾਹਿਬ ਜਾਂ ਕਿਸਾਨੀ ਦਾ ਝੰਡਾ ਸਿਰਫ ਸੰਕੇਤਕ ਤੌਰ ਤੇ ਨਹੀਂ ਲਾ ਸਕਦੇ। ਇਹਦਾ ਕਿਸੇ ਕਿਤਾਬ 'ਚ ਕੋਈ ਜੁਰਮ ਨਹੀਂ ਆ। ਸੋ ਅਸੀਂ ਸੰਕੇਤਕ ਤੌਰ ਤੇ ਆਪਦਾ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਉੱਥੇ ਸਾਡੇ ਬੰਦਿਆਂ ਨੇ ਲਾਇਆ। ਬੜੇ ਸ਼ਾਂਤਮਈ ਢੰਗ ਨਾਲ, ਬੜੇ ਜਾਬਤੇ 'ਚ ਰਹਿ ਕੇ ਲਾਇਆ। ਇਨਫੈਕਟ ਜਿਹੜੇ ਪੁਲਿਸ ਵਾਲੇ ਸੀ ਉਹ ਸਾਡੀ ਤਾਰੀਫ ਕਰ ਰਹੇ ਸੀ ਵੀ ਯਾਰ ਤੁਸੀਂ ਬੰਦੇ ਵਾਕਈ ਠੀਕ ਹੋ, ਤੁਸੀਂ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਇਹ ਹੁੱਲੜਬਾਜ਼ੀ ਨਹੀਂ ਕਰ ਰਹੇ, ਉਦਮ ਨਹੀਂ ਮਚਾ ਰਹੇ। ਇਦੋਂ ਬਾਅਦ ਜਦੋਂ ਉਹ ਲਾਇਆ, ਸਾਡਾ ਜਿਹੜਾ ਬੰਦਾ ਉਤਰਿਆ ਤੇ ਉਹਨੂੰ ਤੇ ਮੈਨੂੰ ਜਿਹੜੇ ਸਾਡੀ ਸੰਗਤ ਸੀ, ਲੋਕ ਸੀ, ਉਹ ਥੱਲੇ ਲੈ ਗਏ। ਥੱਲੇ ਜਦੋਂ ਗਏ ਅਸੀਂ ਤੇ ਉਤਸ਼ਾਹ ਇੰਨਾ ਸੀ ਲੋਕਾਂ 'ਚ, ਸੰਗਤ 'ਚ ਵੀ ਹਰ ਬੰਦਾ ਖੁਸ਼ ਤੇ ਜਕਾਰੇ ਲੱਗ ਰਹੇ ਆ। ਸਾਨੂੰ ਟਰੈਕਟਰ ਤੇ ਚੜਾਤਾ ਤੇ ਮੈਨੂੰ ਕਹਿੰਦੇ ਬਾਈ ਕੁਛ ਬੋਲੋ, ਤੇ ਜਿਹੜੀ ਤੁਸੀਂ ਜੋ ਵੀ ਬੋਲਿਆ ਗਿਆ ਉੱਥੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜਾਂ ਆਪਾਂ ਹੋਰ ਜਿਹੜੀਆਂ ਗੱਲਾਂ ਕੀਤੀਆਂ ਉਹ ਵੀਡੀਓ ਵੀ ਤੁਸੀਂ ਦੇਖ ਲਈ ਆ। ਸੋ ਇਹ ਸੀਕੁਐਂਸ ਆਫ ਇਵੈਂਟਸ ਆ, ਮੈਂ ਤੁਹਾਨੂੰ ਦੇ ਰਿਹਾ, ਹਰ ਕੜੀ ਦੇ ਰਿਹਾ। ਇਹਦੇ 'ਚ ਇੱਕ ਵੀ ਗੱਲ ਕੁਛ ਗਲਤ ਹੋਈ ਤਾਂ ਕੋਈ ਵੀ ਬੰਦਾ ਜਿਹੜਾ ਉੱਥੇ ਮੌਜੂਦ ਸੀ, ਜਿਹੜੀਆਂ ਰੂਹਾਂ ਉੱਥੇ ਮੌਜੂਦ ਸੀ, ਉਹ ਇਹਨਾਂ ਨੂੰ ਕੜੀਆਂ ਨੂੰ ਗਲਤ ਕਹਿ ਦੇਣ। ਅਗਲੀ ਗੱਲ ਜਿਹੜੀ ਇਦੋਂ ਬਾਅਦ ਹੋਈ, ਜਦੋਂ ਅਸੀਂ ਟਰੈਕਟਰ ਤੋਂ ਬੋਲ ਰਹੇ ਸੀ ਤਾਂ ਇੱਕ ਹੋਰ ਸਾਡਾ ਨੌਜਵਾਨ ਮੇਰੇ ਕੋਲੇ ਆਇਆ। ਉਹ ਕਹਿੰਦਾ ਬਾਈ ਸਾਡੇ ਜਿਹੜੇ ਬੰਦੇ ਆ ਉੱਤੋਂ ਥੱਲੇ ਨਹੀਂ ਆ ਰਹੇ ਤੇ ਇਹੀ ਟਾਈਮ ਆ ਮੌਕਾ ਸੰਭਾਲਣ ਦਾ ਤੇ ਆਪਾਂ ਜਾਈਏ, ਮਹਾਰਾਜ ਨੇ ਬਹੁਤ ਮਿਹਰ ਕਰਤੀ ਹੈ। ਅਸੀਂ ਫੇਰ ਉੱਤੇ ਵੱਲ ਨੂੰ ਭੱਜੇ। ਜਿਹੜੇ ਕਹਿੰਦੇ ਆ ਵੀ ਦੀਪ ਸਿੱਧੂ ਉੱਥੋਂ ਚਲਾ ਗਿਆ ਸੀ, ਨਹੀਂ, ਥੱਲੋਂ ਉੱਤੋਂ ਉਤਰ ਕੇ ਪਹਿਲਾਂ ਆਏ ਟਰੈਕਟਰ ਤੇ ਅਸੀਂ ਦੋ ਲਫ਼ਜ਼ ਬੋਲੇ। ਉਦੋਂ ਬਾਅਦ ਫੇਰ ਉੱਤੇ ਗਏ। ਉੱਤੇ ਜਾ ਕੇ ਲਿਟਰਲੀ ਹੱਥ ਜੋੜੇ ਵੀ ਬਾਈ ਜੀ ਆ ਜਾਓ ਥੱਲੇ, ਆਪਾਂ ਥੱਲੇ ਬਹਿਣਾ, ਆ ਜਾਓ ਥੱਲੇ, ਸਾਡੇ ਆਗੂਆਂ ਦਾ ਹੁਕਮ ਆ, ਪੰਥ ਦਾ ਹੁਕਮ ਆ, ਤੁਸੀਂ ਥੱਲੇ ਆਓ, ਆਪਾਂ ਆਪਦੇ ਜਾਬਤੇ 'ਚ ਰਹਿਣਾ, ਸ਼ਾਂਤਮਈ ਰਹਿਣਾ ਤੇ ਥੱਲੇ ਆਓ। ਆਪਾਂ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਜਿਹਦੇ ਨਾਲ ਸਰਕਾਰ ਨੂੰ ਕੋਈ ਮੌਕਾ ਮਿਲੇ ਤੇ ਸਰਕਾਰ ਸਾਡੇ ਤੇ ਮੁੜ ਕੇ ਤੌਹਮਤਾਂ ਲਾਵੇ ਜਾਂ ਸਵਾਲ ਚੱਕੇ। ਅਸੀਂ ਬੰਦਿਆਂ ਨੂੰ ਥੱਲੇ ਵੀ ਤਾਰਿਆ। ਉੱਥੇ ਦਿੱਲੀ ਪੁਲਿਸ ਦੇ 2 IPS ਆਫੀਸਰ ਸੀ ਜਿਨ੍ਹਾਂ ਨੂੰ ਮੈਂ ਰਿਕੁਐਸਟ ਕੀਤੀ ਵੀ ਤੁਹਾਡੇ ਕਹਿਆ ਨਹੀਂ ਆਉਣਾ,
मैं रिक्वेस्ट करदा उदों जदों मैं रिक्वेस्ट की साडे बंदियां नूं तो वाकई उत्थों थल्ले आना शुरू हो गए। तो उन्होंने ऑफिसर्स ने दिल्ली पुलिस दे मैनू ये गल भी कही भी थैंक यू वेरी मच आप इनको नीचे लेके जा रहे हैं। उदों बाद कुछ बंदियां ने मैनू कहा भाई तुसीं भी आ जाओ क्योंकि थोड़े नाल ये सारे तुर पैणगे। मैं उदों बाद उतों थल्ले नूं चाले पाते नाल होर भी जिहड़े साडे बंदे सी जिहड़े साडे संघर्षी उत्थे ही मुंडे मिले सी वो भी आ गए। थल्ले नूं आउंदे आउंदे एक होर इन्फॉर्मेशन मिली भी गोली चल गई ते साडे 3 बंदे मर गए जो कि बिल्कुल झूठ सी। असीं वो भी उत्थे ही खड़े हो के कन्फर्म किया। कुछ इहो जी गल नहीं हुई, सिर्फ ये अफवाह फैलाई गई तो लोगों ने भजना शुरू करता। उन्होंने भी रोकया सी भी भज्जो ना कुछ नहीं होया। अच्छा रोक के उदों बाद असीं बाहर नूं तुरना शुरू करता किले नूं ते 3-4 किलोमीटर मैं बिच दी तुर के लाल किले तो बाहर गया। उदों बाद सानू एक स्विफ्ट कार मिली है, दिल्ली दे साडे बंदे सी। उन्होंने मैनू साडे जिहड़ा मोर्चा ਸਿੰਘੂ मोर्चे तो पहला ਸਿੰਘੂ मोर्चे तो उत्थे छड्डिया। उत्थों फिर साडे आपदे ही मोर्चे च आए हुए होर कोई बंदे मिल गए जिन्होंने आपां जाणदे नहीं सी, बाकी उत्थे मिल गए। उन्हां दे नाल उन्हां दी कार च बह के स्कॉर्पियो च बह के उत्थों सुखदेव वाले ढाबे ते गए। सुखदेव वाले ढाबे तो वो भी पिंडां विच दी बाहर दी गए क्योंकि विच दी जाना तो पॉसिबल ही नहीं सी। अच्छा सुखदेव के ढाबे ते जाके ट्रैक्टर ते बह के लाइव किया। वो हिंदी च इस करके किया क्योंकि साडा जिहड़ा नैशनल मीडिया उदों तक मैनू खबर मिली भी वह अफवाह फैला रहा तो वह डिविजन क्रिएट कर रहा तो बड़ी नफरत फैलाई जा रही है। इस करके उन्होंने हिंदी च एड्रैस किया। उत्थे ही फिर वो घटना वापरी जिथों किसी खास किसान यूनियन के 2 बंदे पहला उन्होंने ये कहना शुरू किया भी तू हिंसा भड़काई आ। मैं उन्होंने कहा भाई मैं कोई हिंसा नहीं भड़काई। नहीं नहीं इनू फड़ो 2 बंदे होर नाल जुड़ गए। तो फिर ਜਿਹੜੇ इधरले पासे जिन्हों तो मैं पूछा मेरे वीडियो च भी भाई थोड़े कोले कोई हथियार सी, तुसीं वो वीडियो च देखियो थोड़े कोले तां कल्ले हत्थ ही सी ना। तो उन्होंने कहा नहीं कोई हथियार नहीं सी जी, हत्थ आ साडे कोले तां ट्रैक्टर आ। सो ये भी तुसीं उस वीडियो च देख सकते हो। उन्होंने ही मैनू कहा भाई तू इत्थों निकल जा। ਜਦੋਂ मैं उत्थों निकलिया तो मैनू कहा भाई तू जल्दी निकल जा इत्थों। फिर एक जिहड़ा उत्थे कोई साडा किसान मोर्चे च आया होया बंदा सी, ਉਹਦਾ मोटरसाइकिल फड़िया, ਉਹਦਾ प्यार नाल मोटरसाइकिल फड़िया, ਉਹਦਾ नंबर लिया। अच्छा ਉਹਨੂੰ आपदा नंबर दिता, ਉਹਨੂੰ कहा भाई तू नंबर इस ते फोन कर ली, तेरा मोटरसाइकिल तैनू वापस मिल जूगा। उदों बाद उन्हें मोटरसाइकिल देता, वो लैके मैं उत्थों निकल गया। निकल के हरियाणे च ही आ गया, मोर्चे के कोल ही बैठे आ। ਉਹਦਾ मोटरसाइकिल वापस सुखदेव ढाबे ते पहुंचाता ते ਉਹ ਬੰਦੇ ਨੂੰ ਉਹਦਾ मोटरसाइकिल मिल गया। उदों बाद जो मेरे खिलाफ प्रचार होया हर किसी ने रल के, जे किते साडे आगू उस गल नूं मेरी वीडियो सुनियो ट्रैक्टर ते जिहड़ी खड़ के पाई हुई आ वो सुनियो। ਉਹਦੇ ਚ ਇਹ गल दसी मैं भी आगूआं नूं बेनती आ जाओ, थोड़ी अगवाही च ही लड़ रहे हैं, फैसला लो। जे किते उत्थे स्टैंड लै लैंदे तो गल ही कुछ होर होनी सी। चलो नहीं हुई, पर सानू एक दूजे नूं निंदना नहीं चाहिए, तोहमतां नहीं लाउणियां चाहीदियां। कल मैं जिहड़ी वीडियो पाई आ ਉਹਦੇ ਚ वाकई कई बार ये गल हो जाती है भी मैं जज्बाती बंदा ते ਉਹਦੇ ਚ कईयां नूं ये लग्या भी मैं धमकी दित्ती। नहीं मैं कोई धमकी नहीं दित्ती। मेरे अंदर जिहड़ा दर्द सी वो छलकिया, वो किते ना किते झलकिया भी। सो इस करके वो गल्लां कहियां। अज जिहड़ी आपां गल कर रहे हैं, एक तां संगत नूं बेनती है भी मोर्चा छड्ड के ना जाओ, असीं आपदी होंद दी लड़ाई लड़ रहे हैं। ते आगूआं नूं बेनती आ हजे भी टाइम आ, आपां एके दा स्नेहा दईए, एके दा सद्दा दईए, सारे रल मिल के लड़िए। क्योंकि सानू जिस तरह दी हुण उत्थे हालात बन रहे आ, उन्हां हालातां नूं समझदे होए साडे बजुर्गां नूं, साडियां मातावां बीबियां नूं, भैणां नूं ते बच्चियां नूं हिफाजत देनी पऊगी, उन्हां दी हिफाजत करनी पऊगी। तुसीं वेख लो उदे जे इस गल नूं समझिए इदू ज्यादा तां सरकार ने बैरीकेटिंग जिहड़ी कीती सी वो उदे कीती सी जिद्दे असीं 26 नवंबर नूं पंजाब तो तुर के दिल्ली गए आ। जिद्दे असीं हुण 26 जनवरी नूं गए, वो तो बड़ा ही हल्का जिहा काम सी, कोई एडी खास गल होई नहीं उत्थे। ते बंदियां ने उत्थों आई लंघ गए, जिवें हर कोई किसी तो भी पुछ के देख लो, हर बंदा हुण यही सोच रहा भी ये तो कोई ट्रैप सी ताकि साडे ते तोहमतां ला सकण, साडे ते उंगलां चक सकण। सो जिहड़ियां गल्लां आपां हुण करनियां वो ये आ भी इकट्ठे
रल मिल के बैठिए, ਏਕੇ ਦਾ ਸੁਨੇਹਾ ਦਈਏ। ਹਜੇ ਵੀ ਟਾਈਮ ਆ, ਸਾਡਾ ਏਕਾ ਹੀ ਸਾਡੀ ਤਾਕਤ ਆ। ਅਸੀਂ ਜਿਹੜੇ ਸਿਸਟਮ ਨਾਲ, ਜਿਹੜੇ ਨਿਊ ਵਰਲਡ ਆਰਡਰ ਨਾਲ ਲੜ ਰਹੇ ਆ, ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਆ। ਹਜੇ ਵੀ ਇਸ ਗੱਲ ਨੂੰ ਸਮਝੀਏ। ਮੇਰੀ ਆਗੂਆਂ ਨੂੰ ਇਹੀ ਅਰਜ਼ ਆ ਵੀ ਅਸੀਂ ਆਪਦੀਆਂ ਕੋਈ ਗਲਤ ਫੈਸਲੇ ਜਾਂ ਮੰਨ ਲਓ ਕੋਈ ਕਿਸੇ ਤਰ੍ਹਾਂ ਦੀ ਅੰਦਰ ਜਿਹੜੀ ਵਖਰੇਵੇਂ ਆ ਉਹਨਾਂ ਨੂੰ ਕਵਰ ਕਰਨ ਲਈ ਜਿਹੜਾ ਬਲੇਮ ਗੇਮ ਹੁੰਦੀ ਆ ਨਾ ਵੀ ਇੱਕ ਬੰਦੇ ਦੇ ਸਿਰ ਤੇ ਸਭ ਕੁਝ ਮੜ ਦੋ, ਉਹ ਨਾ ਲਾਈਏ। ਅਸੀਂ ਏਕਾ ਬਣਾਈ ਰੱਖੀਏ, ਏਕੇ ਦਾ ਸੱਦਾ ਦਈਏ, ਏਕੇ ਦਾ ਸੱਦਾ ਦਿਓ। ਅਸੀਂ ਸਾਰੇ ਰਲ ਮਿਲ ਕੇ ਬਹਿਨੇ ਆ ਤੇ ਹੁਣ ਮੋਰਚੇ ਦਾ ਉਹ ਪੜਾ ਵੀ ਜਿੱਥੇ ਜੇ ਅਸੀਂ ਏਕਾ ਨਾ ਬਣਾ ਕੇ ਰੱਖਿਆ ਤੇ ਸੱਦਾ ਨਾ ਦਿੱਤਾ ਤੇ ਫਿਰ ਭਵਿੱਖ 'ਚ ਇੱਕ ਬਹੁਤ ਵੱਡੀ ਗਲਤੀ ਜਿਹੜੀ ਸਾਨੂੰ ਉਹਦਾ ਜਵਾਬ ਦੇਣਾ ਪਊਗਾ। ਸਾਡਾ ਇਤਿਹਾਸ ਵੀ ਤੇ ਸਾਡਾ ਭਵਿੱਖ ਵੀ ਸਾਡੇ ਤੋਂ ਜਵਾਬ ਮੰਗੂਗਾ। ਇੰਨੀਆਂ ਕੁ ਗੱਲਾਂ ਮੈਂ ਅੱਜ ਤੁਹਾਡੇ ਨਾਲ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ।